ਸੂਝਵਾਨ ਦਰਸ਼ਕੋ, ਪੰਜਾਬੀ ਟੂਰਿਜ਼ਮ ਦੇ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਤੁਹਾਡਾ ਇੱਕ ਵਾਰ ਫਿਰ ਸਵਾਗਤ ਹੈ। ਅਤੇ ਮੈਂ ਤੁਹਾਡਾ ਮੇਜ਼ਬਾਨ ਹਰਕਮਲ ਕੰਗ ਅਤੇ ਮੇਰੇ ਨਾਲ ਸਾਡੇ ਸੀਨੀਅਰ ਹਮੀਰ ਸਿੰਘ ਜੀ। ਅਤੇ ਅੱਜ ਆਪਾਂ ਗੱਲ ਕਰਾਂਗੇ ਦੇਸ਼ ਦੇ ਵਿੱਚ ਤੇਜ਼ੀ ਨਾਲ ਪਿਛਲੇ 2 ਦਿਨ ਤੋਂ ਵਾਪਰੇ ਘਟਨਾਕ੍ਰਮ, ਜਿਸ ਦੇ ਕਾਰਨ ਸਮੁੱਚੇ ਦੇਸ਼ ਦੇ ਵਿੱਚ ਇੱਕ ਅੰਦੋਲਨ ਬੜੀ ਤੇਜ਼ੀ ਨਾਲ ਫੈਲ ਰਿਹਾ ਹੈ। ਕੇਂਦਰ ਸਰਕਾਰ ਦੇ ਵੱਲੋਂ ਫੌਜ ਦੇ ਵਿੱਚ ਨੌਜਵਾਨਾਂ ਦੀ ਭਰਤੀ ਲਈ ਇੱਕ ਵਿਸ਼ੇਸ਼ ਯੋਜਨਾ ਲਿਆਂਦੀ ਗਈ ਹੈ, ਜਿਸ ਨੂੰ ਅਗਨੀਪਥ ਦਾ ਨਾਂ ਦਿੱਤਾ ਗਿਆ ਹੈ। ਅਤੇ ਇਸ ਦੇ ਤਹਿਤ ਅਗਨੀਵੀਰ ਭਰਤੀ ਕੀਤੇ ਜਾਣੇ ਹਨ। ਇੱਕ ਪਾਸੇ ਸਰਕਾਰ ਦੇ ਵੱਲੋਂ ਦੇਸ਼ ਦੇ ਵਿੱਚ ਇਸ ਯੋਜਨਾ ਦੇ ਤਹਿਤ ਨੌਜਵਾਨਾਂ ਨੂੰ ਵੱਡੇ ਪੱਧਰ 'ਤੇ ਰੁਜ਼ਗਾਰ ਦੇਣ ਦੀ ਗੱਲ ਕੀਤੀ ਗਈ ਹੈ, ਪਰ ਦੂਜੇ ਪਾਸੇ ਨੌਜਵਾਨ ਵਰਗ ਇਸ ਯੋਜਨਾ ਦਾ ਵਿਰੋਧ ਦੇ ਵਿੱਚ ਨਿੱਤਰ ਆਇਆ ਹੈ। ਤੁਸੀਂ ਸਾਰੇ ਹੀ ਭਲੀ ਭਾਂਤ ਜਾਣੂ ਹੋ ਕਿ ਮੁਲਕ ਦੇ ਵਿੱਚ ਕੱਲ੍ਹ ਹਰਿਆਣੇ ਦੇ ਵਿੱਚ, ਬਿਹਾਰ ਦੇ ਵਿੱਚ ਅਗਨੀ ਦੀਆਂ ਘਟਨਾਵਾਂ ਵਾਪਰੀਆਂ। ਅਤੇ ਇਹਨਾਂ ਅਹਿਮ ਮੁੱਦਿਆਂ 'ਤੇ ਮੇਰੇ ਨਾਲ ਗੱਲ ਕਰਨ ਦੇ ਲਈ ਹਮੀਰ ਸਿੰਘ ਜੀ ਹੁਣੀ ਹਾਜ਼ਰ ਹੈ। ਹਮੀਰ ਸਿੰਘ ਜੀ, ਇਸ ਯੋਜਨਾ ਨੂੰ ਇੰਨੀ ਤੇਜ਼ੀ ਦੇ ਨਾਲ ਲਿਆਉਣ ਦੇ ਪਿੱਛੇ ਸਰਕਾਰ ਦਾ ਕੀ ਆਦੇਸ਼ ਹੈ? ਅਸਲ ਦੇ ਵਿੱਚ ਜਿਹੜੀ ਇਹ ਯੋਜਨਾ ਕਾਫੀ ਲੰਮੇ ਸਮੇਂ ਤੋਂ ਫੌਜ 'ਚ ਵੀ ਨਹੀਂ ਭਰਤੀ ਹੋਈ, ਕਿਉਂਕਿ ਜਦੋਂ ਦਾ ਕਰੋਨਾ ਚੱਲਿਆ 2 ਸਾਲ 'ਚ ਬਹੁਤ ਵੱਡੇ ਪੱਧਰ 'ਤੇ ਬੇਰੁਜ਼ਗਾਰੀ ਦਾ ਦੌਰ ਦੇਖਿਆ ਲੋਕਾਂ ਨੇ। ਈਵਨ ਜਿਹੜੇ ਰੁਜ਼ਗਾਰ 'ਤੇ ਲੱਗੇ ਹੋਏ ਸੀ ਉਹਨਾਂ ਦਾ ਰੁਜ਼ਗਾਰ ਵੀ ਖੁੱਸ ਗਿਆ, ਅਤੇ ਨਵੇਂ ਜਿਹੜੇ ਨੌਜਵਾਨ ਰੁਜ਼ਗਾਰ ਦੇ ਕਾਬਲ ਹੋ ਰਹੇ ਨੇ ਲਗਾਤਾਰ, ਉਹ ਵੀ ਰੁਜ਼ਗਾਰ ਦੇ ਲਈ ਇੱਕ ਗੱਲ ਕਰ ਰਹੇ ਨੇ। ਔਰ ਜਿਹੜਾ ਕਿਹਾ ਜਾਂਦਾ ਸੀ ਕਿ ਰੁਜ਼ਗਾਰ ਇੱਕ ਬਹੁਤ ਵੱਡਾ ਮੁੱਦਾ ਹੈ ਅਤੇ ਅਸੀਂ 2 ਕਰੋੜ ਨੌਕਰੀਆਂ ਹਰ ਸਾਲ ਪੈਦਾ ਕਰਾਂਗੇ, 2014 'ਚ ਮੋਦੀ ਸਰਕਾਰ ਦਾ ਇਹ ਵਾਅਦਾ ਸੀ, ਪਰ ਨੌਕਰੀਆਂ ਉਸ ਰੇਸ਼ੋ 'ਚ, ਉਸ ਅਨੁਪਾਤ 'ਚ ਪੈਦਾ ਹੋਣ ਦੀ ਸੰਭਾਵਨਾ ਹੀ ਨਹੀਂ ਕਦੇ ਵੀ, ਕਿਉਂਕਿ ਜਿਹੜੀਆਂ ਇਹ ਚੀਜ਼ਾਂ ਨਾ ਤਾਂ ਖੇਤੀ 'ਚ ਰੁਜ਼ਗਾਰ ਹੈ, ਨਾ ਉਦਯੋਗ ਅੱਜ ਕੱਲ੍ਹ ਰੁਜ਼ਗਾਰ ਦੇ ਰਿਹਾ, ਨਾ ਸੇਵਾ ਦੇ ਖੇਤਰ 'ਚ ਹੈ, ਈਵਨ ਸਰਕਾਰੀ ਖੇਤਰਾਂ ਦੇ ਵਿੱਚ ਵੀ। ਜੇ ਕਿਹਾ ਜਾਏ ਤਾਂ ਫੌਜ ਦੇ ਮਾਮਲੇ ਦੇ ਵਿੱਚ ਵੀ 90,000 ਦੇ ਕਰੀਬ ਤਾਂ ਪੋਸਟਾਂ ਖਾਲੀ ਨੇ, ਅਤੇ ਫੌਜ ਦੇ ਵਿੱਚ ਵੀ ਇਹ ਲੋਕ ਸਭਾ ਦੇ ਵਿੱਚ ਜਵਾਬ ਦਿੱਤਾ ਹੈ, ਅਤੇ ਬਾਕੀ ਏਅਰਫੋਰਸ 'ਤੇ ਉਹਨਾਂ ਦੇ ਵਿੱਚ ਲਾ ਕੇ 1 ਲੱਖ ਤੋਂ ਵੱਧ ਖਾਲੀ ਨੇ ਪੋਸਟਾਂ। ਅਤੇ ਈਵਨ ਪੈਰਾਮਿਲਟਰੀ ਫੋਰਸਿਸ ਦੇ ਵਿੱਚ ਵੀ ਕਿਹਾ ਜਾਂਦਾ 70-80 ਹਜ਼ਾਰ ਪੋਸਟ ਖਾਲੀ ਹੈ, ਪਰ ਉਹ ਭਰਤੀ ਨਹੀਂ ਕਿਸੇ ਵੀ ਰੂਪ ਦੇ ਵਿੱਚ ਹੋਈ। ਲੋਕ ਭਰਤੀ ਹੋਣਾ ਚਾਹੁੰਦੇ ਸੀ ਜਾਂ ਬਾਕੀ ਦੀਆਂ ਚੀਜ਼ਾਂ ਨੇ। ਹੁਣ ਗੌਰਮੈਂਟ ਨੇ ਇੱਕ ਸਕੀਮ ਇਹ ਲਿਆਂਦੀ ਕਿ ਰੈਗੂਲਰ ਭਰਤੀ ਲਈ ਬਹੁਤ ਨੌਜਵਾਨ ਸੀ, ਉਹ ਜਿਹੜੇ ਕਹਿ ਰਹੇ ਨੇ ਰੈਗੂਲਰ ਭਰਤੀ ਕੱਢੋ, ਠੀਕ ਹੈ ਜੀ ਅਸੀਂ ਫੌਜ 'ਚ ਭਰਤੀ ਹੋਣਾ ਚਾਹੁੰਦੇ ਹਾਂ। ਉਹਨਾਂ ਨੇ ਇੱਕ ਯੋਜਨਾ ਨਵੀਂ ਬਣਾਤੀ ਕਿ 4.5 ਸਾਲ ਅਸੀਂ 4 ਸਾਲਾਂ ਲਈ ਬੰਦਾ ਰੱਖਾਂਗੇ, ਵਿੱਚ ਹੀ ਟ੍ਰੇਨਿੰਗ ਹੋਏਗੀ, ਸਾਰਾ ਕੁਛ ਹੋਏਗਾ। ਉਹਨਾਂ ਨੂੰ 4 ਸਾਲ ਤਨਖਾਹ ਮਿਲੇਗੀ, ਜਾਂਦੇ ਉਦੋਂ ਬਾਅਦ 10 ਲੱਖ ਰੁਪਇਆ ਮਿਲੇਗਾ, ਅਤੇ ਉਹ ਫਿਰ ਕਿਤੇ ਵੀ ਹੋਰ ਨੌਕਰੀ ਕਰਨ। ਇਹ ਜੇ 100 ਭਰਤੀ ਕੀਤਾ ਤਾਂ ਉਹਦੇ 'ਚੋਂ 75 ਬਾਹਰ ਹੋਣਗੇ ਅਤੇ 25 ਅੱਗੇ ਮਤਲਬ ਰੈਗੂਲਰ ਕਰ ਲਏ ਜਾਣਗੇ, ਜਿਹੜੇ ਯੋਗ 25 ਉਹਨਾਂ ਨੂੰ ਲੱਗਦੇ ਹੋਏ। ਅਤੇ ਹੁਣ ਵੱਡੇ ਪੱਧਰ 'ਤੇ ਵਿਰੋਧ ਇਹ ਹੈ ਕਿ ਜੇ ਅਸੀਂ ਇੰਨਾ ਚਿਰ ਇਹਦੇ 'ਤੇ ਮਿਹਨਤ ਕਰਦੇ ਹਾਂ, ਸਰੀਰਕ ਮਿਹਨਤ ਕਰਦੇ ਹਾਂ, ਟੈਸਟ ਪਾਸ ਕਰਦੇ ਹਾਂ, ਅਤੇ ਫਿਰ ਜੇ 4 ਸਾਲ ਬਾਅਦ ਹਟ ਜਾਂਗੇ ਮਤਲਬ ਟ੍ਰੇਨਿੰਗ ਤੋਂ ਬਾਅਦ, ਅਗਲੀ ਜ਼ਿੰਦਗੀ ਕਿਵੇਂ ਲੰਘੂਗੀ? ਅਗਲਾ ਸਵਾਲ ਜਿਹੜਾ ਹੈ। ਦੂਜਾ ਸਵਾਲ ਇਹ ਵੀ ਆਉਂਦਾ ਕਿ ਉਹ ਬੰਦੇ ਫਿਰ ਜਿਹੜੀ ਇੱਕ ਰਿਸਪੈਕਟ ਹੁੰਦੀ ਹੈ ਫੌਜ ਦੇ ਵਿੱਚ, ਤਾਂ ਇੱਕ 15 ਸਾਲ ਗੁਜ਼ਾਰਨੇ ਜਾਂ ਇੱਕ ਰਿਸਪੈਕਟ ਹੈ, ਅਤੇ ਇੱਥੇ ਉਹਨੂੰ ਇਹ ਕਹਿ ਰਹੇ ਨੇ ਮਤਲਬ ਸਰਕਾਰ ਦਾ ਪੱਖ ਇਹ ਹੈ ਕਿ ਉਹ ਕਹਿੰਦੇ ਨੇ ਪੈਰਾਮਿਲਟਰੀ ਫੋਰਸਿਸ ਦੇ ਵਿੱਚ ਸ਼ਾਇਦ ਚਲੇ ਜਾਣਗੇ, ਹੋਰ ਵੀ ਕਿਤੇ ਜਾਣਗੇ। ਤਾਂ ਪੈਰਾਮਿਲਟਰੀ ਫੋਰਸਿਸ ਨੂੰ ਵੀ ਜੰਗ ਬੰਦੇ ਨਹੀਂ ਚਾਹੀਦੇ। ਇਹਨਾਂ ਨੇ 17.5 ਸਾਲ ਤੋਂ 21 ਸਾਲ ਦੀ ਉਮਰ ਉਹਦੀ ਰੱਖੀ ਹੈ। 17.5 ਤੋਂ 21 ਸਾਲ ਦਾ ਮਤਲਬ ਹੈ ਕਿ ਜੇ ਜਿਹੜਾ ਬੰਦਾ ਤਾਂ 17.5 'ਚ ਹੋ ਗਿਆ ਉਹ ਤਾਂ 21-22 ਸਾਲ ਦਾ ਹੀ ਵਿਹਲਾ ਹੋ ਗਿਆ, ਜਿਹੜਾ 20 ਸਾਲ ਦਾ ਹੋ ਗਿਆ ਉਹ 24 ਸਾਲ 'ਚ ਹੋ ਗਿਆ, ਮਤਲਬ 25 ਸਾਲ 27-28 ਸਾਲ ਤੱਕ ਸਾਰੇ ਬੰਦੇ ਮਤਲਬ ਉਸ ਲੈਵਲ 'ਤੇ ਵਿਹਲੇ ਹੋ ਜਾਣਗੇ। ਔਰ ਸਰਕਾਰ ਨੇ ਉਮਰ 2 ਸਾਲ ਕੱਲ੍ਹ ਵਧਾਤੀ ਹੈ ਇਸ ਮਾਮਲੇ 'ਚ। ਉਹ ਤਾਂ ਜਦੋਂ ਰੌਲਾ ਪਿਆ ਕੇਵਲ ਇਸੇ ਲਈ ਵਧਾਈ ਕਿ ਕਰੋਨਾ 'ਚ 2 ਵਾਰ ਮਤਲਬ ਭਰਤੀ ਨਹੀਂ ਹੋਈ 2 ਸਾਲ, ਇੱਕ ਟਰਮ ਦੇ ਵਾਸਤੇ 2 ਸਾਲ ਵਧਾਈ ਹੈ, ਸਕੀਮ 'ਚ ਨਹੀਂ ਵਧਾਈ ਜਨਰਲੀ ਕਿ ਉਹ ਉਹੀ ਰਹੂਗੀ ਉਸੇ ਤਰੀਕੇ ਦੀ। ਪਰ ਸਵਾਲ ਇਹ ਹੁੰਦਾ ਹੈ ਕਿ ਲੋਕ ਲੜਤਾ ਟਿਕਾਊ ਰੁਜ਼ਗਾਰ ਲਈ ਰਹੇ ਨੇ। ਜੇ ਟਿਕਾਊ ਰੁਜ਼ਗਾਰ ਹੋਏਗਾ ਉਹਦੀ ਸਮਾਜਿਕ ਜ਼ਿੰਦਗੀ ਚੱਲਦੀ ਹੈ, ਅਤੇ ਨੌਜਵਾਨਾਂ ਨੇ ਅੱਗੇ ਜ਼ਿੰਦਗੀ ਸ਼ੁਰੂ ਕਰਨੀ ਹੁੰਦੀ ਹੈ। ਉਹਦੀ ਮੈਰਿਜ ਦਾ ਸਵਾਲ ਹੈ, ਅੱਗੇ ਬੱਚਿਆਂ ਦਾ ਸਵਾਲ ਹੈ, ਘਰ ਵਸਾਉਣ ਦਾ ਸਵਾਲ ਹੈ। ਉਹ ਫਿਰ ਜੇ ਉਦੋਂ ਬਾਅਦ ਵੀ ਕਿਤੇ ਵੀ ਇੱਧਰ ਉਥਲ ਪੁਥਲ ਹੁੰਦੀ ਹੈ ਉਹਦੀ ਨੌਕਰੀ 'ਚ ਹੀ ਆਪਸ ਦੇ ਵਿੱਚ, ਤਾਂ ਉਹ ਕੀ ਕਰਨਗੇ ਉਸ ਮਾਮਲੇ ਦੇ ਵਿੱਚ? ਔਰ ਇਹ ਬਹੁਤ ਵੱਡੇ ਮਾਮਲੇ ਦੇ ਵਿੱਚ ਮਤਲਬ ਸਪੌਂਟੇਨੀਅਸ ਅਚਾਨਕ ਰਿਐਕਸ਼ਨ ਆਇਆ। ਅੱਜ ਈਵਨ ਤੇਲੰਗਾਨਾ ਦੇ ਵਿੱਚ ਤਾਂ ਇੱਕ ਨੌਜਵਾਨ ਦੀ ਮੌਤ ਵੀ ਹੋ ਗਈ, ਪੁਲਿਸ ਗੋਲੀ ਚੱਲੀ ਹੈ, ਕੁਛ ਜ਼ਖਮੀ ਵੀ ਹੋ ਗਏ ਨੇ। ਬਾਕੀ ਜਗ੍ਹਾ ਟ੍ਰੇਨਾਂ ਫੂਕੀਆਂ ਗਈਆਂ। ਬਹੁਤ ਟਾਈਪ ਦਾ ਜਿਹੜਾ ਇੱਕ ਹਿੰਸਕ ਲੈਵਲ ਦੇ ਅੰਦੋਲਨ ਦੇ ਵਿੱਚ ਬਦਲਦਾ ਜਾ ਰਿਹਾ ਸਾਰੇ ਮਾਮਲੇ 'ਚ। ਔਰ ਨਾਲ ਦੀ ਨਾਲ ਦੂਜੀ ਗੱਲ ਇਹ ਹੈ ਕਿ ਇਸ ਸਕੀਮ 'ਤੇ ਇਕੱਲੇ ਨੌਜਵਾਨ ਨਹੀਂ, ਇੱਕ ਬਹਿਸ ਸ਼ੁਰੂ ਹੋ ਗਈ ਦੇਸ਼ ਦੇ ਵਿੱਚ। ਫੌਜ ਦੇ ਵੀ ਜਿਹੜੇ ਵੱਡੇ ਜਰਨੈਲ ਨੇ, ਜਿਹੜੇ ਰਿਟਾਇਰ ਹੋਏ
ਚਾਹੇ ਉਹ ਲੈਫਟੀਨੈਂਟ ਜਨਰਲ ਲੈਵਲ ਦੇ ਵੀ ਨੇ, ਬ੍ਰਿਗੇਡੀਅਰ ਲੈਵਲ ਦੇ ਵੀ ਨੇ, ਵੱਖ-ਵੱਖ ਟਾਈਪ ਦੇ ਲੋਕ ਨੇ, ਉਹ ਵੀ ਇਹ 'ਤੇ ਸਵਾਲ ਉਠਾ ਰਹੇ ਨੇ ਕਈ ਮਾਮਲਿਆਂ ਦੇ ਵਿੱਚ। ਉਹਨਾਂ ਦਾ ਇਹ ਕਹਿਣਾ ਕਿ ਜਿਹੜੀ ਫੌਜ ਹੈ ਇਹ ਕੈਜੂਅਲ ਵੇ ਦੀ ਨਹੀਂ ਹੁੰਦੀ, ਆਮ ਇਸ ਤਰੀਕੇ ਦੀ। ਤੁਸੀਂ ਬੰਦਿਆਂ ਨੂੰ ਰਾਖੀ ਲਈ ਤਿਆਰ ਕਰਨਾ, ਮੋਟੀਵੇਟ ਕਰਨਾ, ਅਤੇ ਬਾਕੀ ਚੀਜ਼ਾਂ ਨੂੰ ਮਤਲਬ ਉਹਨੂੰ ਉਹਦੀ ਜ਼ਿੰਦਗੀ ਦਾਅ 'ਤੇ ਲੱਗੀ ਹੁੰਦੀ ਆ ਉਸ ਸਾਰੇ ਮਾਮਲੇ ਦੇ ਵਿੱਚ। ਉਹਨਾਂ ਨੂੰ ਉਸ ਸਾਰੀਆਂ ਚੀਜ਼ਾਂ ਦੀ ਪ੍ਰੋਟੈਕਸ਼ਨ ਦੇਣੀ ਹੁੰਦੀ ਹੈ। ਹੁਣ ਇਹਨਾਂ ਤੋਂ ਤੁਸੀਂ ਕੱਢ ਦੋਗੇ, ਨਾ ਪੈਨਸ਼ਨ ਦੀ ਹੈ, ਕੱਲ੍ਹ ਨੂੰ ਕੋਈ ਗੱਲ ਹੋ ਜਾਂਦੀ ਹੈ, ਨਾ ਉਹ ਚੀਜ਼ਾਂ ਮਿਲਣਗੀਆਂ ਜਾਂ ਨਹੀਂ ਮਿਲਣਗੀਆਂ, ਜਿਹੜੇ ਉਹਨਾਂ ਦਾ ਪਰਿਵਾਰ ਹੈ, ਪਰਿਵਾਰ ਉਜੜ ਜੂਗਾ ਤਾਂ ਕੀ ਹੋਏਗਾ, ਜਿਹੜੀਆਂ ਸਾਰੀਆਂ ਸਕੀਮਾਂ ਨੇ ਓਵਰਆਲ। ਇਹਦੇ ਵਿੱਚ ਇੱਕ ਹੋਰ ਵੀ ਜੀ ਸਵਾਲ ਬਣਦਾ, ਜਿਵੇਂ ਕੱਲ੍ਹ ਨੂੰ 4 ਸਾਲਾਂ ਬਾਅਦ ਆ ਕੇ ਬੰਦੇ ਨੂੰ ਨਹੀਂ ਰੁਜ਼ਗਾਰ ਮਿਲਦਾ, ਬੇਰੁਜ਼ਗਾਰੀ ਦਾ ਝੰਬਿਆ ਹੋਇਆ, ਫਿਰ ਜਿਸ ਤਰ੍ਹਾਂ ਦੇ ਹਾਲਾਤ ਹੈ, ਮਤਲਬ ਕਿ ਮਾੜੇ ਪੱਖ ਵੱਲ ਨੂੰ ਵੀ ਇਹਦੇ 'ਚ ਵੱਖ-ਵੱਖ ਟਾਈਪ ਦੇ ਚਲਾਉਣ ਦੀ ਟ੍ਰੇਨਿੰਗ ਹੋਊਗੀ ਚੀਜ਼ਾਂ ਨੇ, ਜਿਹਦੇ 'ਚ ਇਹ ਵੀ ਹੈ ਕਿ ਜੇ ਉਹ ਬਣ ਵੀ ਗਏ ਕਿ ਟ੍ਰੇਨਡ ਬੰਦੇ ਨੇ 4 ਸਾਲ, ਤਾਂ ਫਿਰ ਬਹੁਤੇ ਮਜਬੂਰ ਹੋਣਗੇ ਇਸ ਪਾਸੇ ਵੱਲ ਕਿ ਤੁਸੀਂ ਜਿਹੜੇ ਪ੍ਰਾਈਵੇਟ ਸਾਰਾ ਪ੍ਰਾਈਵੇਟਾਈਜ਼ ਕਰ ਰਹੇ ਹੋ, ਜਿਹੜਾ ਕਾਰਪੋਰੇਟ ਡਿਵੈਲਪਮੈਂਟ ਦਾ ਮਾਡਲ ਤੁਸੀਂ ਲੈ ਕੇ ਆ ਰਹੇ ਹੋ, ਉਹ ਰਾਖੀ ਦੇਸ਼ ਦੀ ਬਜਾਏ ਫਿਰ ਕਾਰਪੋਰੇਟ ਦੀ ਰਾਖੀ 'ਚ ਲੱਗ ਜਾਣਗੇ ਬੰਦੇ ਨਾ। ਜਿਵੇਂ ਆਮ ਪ੍ਰਾਈਵੇਟ ਸਿਕਿਉਰਿਟੀ ਏਜੰਸੀਆਂ ਬਣ ਗਈਆਂ ਸਾਡੀਆਂ, ਉਹ ਸਿਕਿਉਰਿਟੀ ਏਜੰਸੀਆਂ ਨੂੰ ਤਾਂ ਥੋੜ੍ਹੀ ਜਿਹੀ ਟ੍ਰੇਨਿੰਗ ਦੇ ਕੇ ਰਾਈਫਲ ਫੜ ਕੇ ਜਾਂ ਖੜਾ ਆਉਂਦੇ ਨੇ, ਬਹੁਤੇ ਥਾਂ ਹੈ ਉਹਨਾਂ ਕੋਲ ਤਾਂ ਇੱਕ ਸ਼ੂਟਰ ਨੇ, ਪਰਮਾਨੈਂਟ ਟ੍ਰੇਨਡ ਆਦਮੀ ਹੈ। ਹੁਣ ਉਹੋ ਜਿਹਾ ਟ੍ਰੇਨਡ ਆਦਮੀ ਉਹ 5-7-10 ਹਜ਼ਾਰ 'ਤੇ ਤਾਂ ਨਹੀਂ ਸੰਤੁਸ਼ਟ ਹੋਊਗਾ ਨਾ, ਵੀ ਮੈਂ 10,000 ਰੁਪਈਆ ਲੈ ਕੇ ਉੱਥੇ ਖੜ੍ਹਾ ਸਾਰੀ ਉਮਰ। ਦੂਜੀ ਗੱਲ, ਜੇਕਰ ਉਹ ਸਾਰੀ ਉਮਰ ਉੱਥੇ ਖੜ੍ਹਦਾ ਵੀ ਹੈ ਤਾਂ ਉਹਨੂੰ ਦਿੱਤਾ ਕੀ ਅਸੀਂ? ਉਹਦਾ ਜੂਥ, ਉਹਦੀ ਭਾਵਨਾਵਾਂ, ਉਹਦੀਆਂ ਜਿਹੜੀ ਸੰਵੇਦਨਾਵਾਂ ਜਿਹੜੀ ਉਹਦੀ ਹੈ, ਉਹਦਾ ਅਸੀਂ ਖਿਆਲ ਨਹੀਂ ਰੱਖਿਆ ਉਸ ਸਾਰੇ ਮਾਮਲੇ ਦੇ ਵਿੱਚ। ਔਰ ਅਗਲੀ ਗੱਲ ਇਹ ਹੈ ਕਿ ਉਹ ਬੰਦਿਆਂ ਨੂੰ ਇਹ ਕਿਹਾ ਜਾਊਗਾ ਜਿਹੜੇ 75 ਛੱਟ ਗਏ, ਨਾਰਮਲੀ ਉਹਨਾਂ 'ਤੇ ਇੱਕ ਲੇਬਲ ਲੱਗ ਜਾਊਗਾ ਕਿ ਤੁਸੀਂ ਰਿਜੈਕਟਡ ਹੋ ਜੀ। 25 ਗਏ ਜਿਹੜੇ ਯੋਗ ਸੀ ਉਹ ਚਲੇ ਗਏ, ਤੁਸੀਂ ਯੋਗ ਨਹੀਂ ਹੋ, ਤਾਂ ਯੋਗ ਨਹੀਂ ਤਾਂ ਨਾ ਹੋਣ ਦਾ ਨਿਸ਼ਾਨਾ ਲਾ ਕੇ ਇਹ ਜਿਹੜਾ ਉਹਨਾਂ 'ਤੇ ਬਿੱਲਾ ਜਾਂ ਸਟਿਗਮਾ ਲੱਗ ਜਾਊਗਾ, ਅਤੇ ਉਹਨਾਂ ਦੀ ਮਾਰਕੀਟ ਦੇ ਵਿੱਚ ਉਹ ਵੀ ਵੈਲਿਊ ਨਹੀਂ ਹੋਏਗੀ, ਉਹਨਾਂ ਨੂੰ ਤਨਖਾਹ ਵੀ ਘੱਟ ਮਿਲੂਗੀ ਜਾਂ ਮੁਕਾਬਲਤਨ। ਹਾਂ, ਲੋਕ ਇਹ ਵੀ ਸੋਚਦੇ ਨੇ ਇਸ ਤਰੀਕੇ ਦਾ ਵੀ ਕਿ ਕੱਲ੍ਹ ਨੂੰ ਉਹ ਫਿਰ ਜਦੋਂ ਉਚਾਟ ਹੋ ਜਾਣਗੇ ਤਾਂ ਉਹ ਕੋਈ ਵੀ ਉਹਨਾਂ ਨੂੰ, ਕਿਉਂਕਿ ਉਹ ਟ੍ਰੇਨਡ ਸ਼ੂਟਰ ਨੇ ਅਤੇ ਸਾਰਾ ਕੁਝ ਹੈ, ਅਤੇ ਜਿਹੜੇ ਮਨ ਜਦੋਂ ਉਹਨਾਂ ਦਾ ਬੇਚੈਨ ਹੋਏਗਾ ਤਾਂ ਉਹਨਾਂ ਦਾ ਦੁਰਵਰਤੋਂ ਵੀ ਕੀਤੀ ਜਾ ਸਕਦੀ ਹੈ, ਉਹ ਵੀ ਹੋ ਸਕਦਾ। ਅਤੇ ਇਹਦੇ ਨਾਲ ਇੱਕ ਹੋਰ ਗੱਲ ਵੀ ਹੈ, ਉਹ ਇਹ ਗੱਲ ਇਹ ਹੈ ਕਿ ਜਦੋਂ ਤੁਸੀਂ ਇਹ ਕਹਿ ਰਹੇ ਹੋ ਕਿ ਜੀ RSS ਦਾ ਜਾਂ ਟ੍ਰੇਨਿੰਗ ਦਾ ਜਿਹੜਾ ਇੱਕ ਕੰਮ ਹੈ, ਲੋਕ ਇਹ ਗੱਲ ਕਹਿ ਰਹੇ ਨੇ ਕਿ ਪਹਿਲਾਂ ਤੋਂ ਡੰਡਿਆਂ ਨਾਲ ਟ੍ਰੇਨਿੰਗ ਦਿੰਦੇ ਨੇ, RSS ਦਾ ਕਲਚਰ ਹੈ, ਲਾਠੀ ਦਾ, ਜੇ ਮਾਡਰਨ ਯੁੱਗ ਆ ਗਿਆ। ਅਤੇ ਕੀ ਬਹੁਤੇ ਲੋਕ ਮਿਲਟਰਾਈਜ਼ ਲੋਕ ਜਦੋਂ ਹੋ ਜਾਣਗੇ ਮਾਈਂਡ ਸੈੱਟ ਦੇ ਤੌਰ 'ਤੇ, ਅੱਜ ਕੱਲ੍ਹ ਜਿਹੋ ਜਿਹਾ ਮਾਹੌਲ ਅਸੀਂ ਬਣਾ ਰਹੇ ਹਾਂ ਹਜੂਮੀ ਧਾਰਮਿਕ ਆਧਾਰ 'ਤੇ, ਹਿੰਦੂ ਤਵੀ ਹਜੂਮ, ਇੱਕ ਘੱਟ ਗਿਣਤੀ ਦੇ ਬਲਡੋਜ਼ਰ ਚੱਲਦਾ, ਉਹਨੂੰ ਮਾਰਿਆ ਜਾ ਰਿਹਾ ਕਿਸੇ ਨਾ ਕਿਸੇ ਰੂਪ ਦੇ ਵਿੱਚ ਆ ਕੇ, ਅਤੇ ਜੇ ਉਹ ਟ੍ਰੇਨਡ ਆਦਮੀ ਵੀ ਉਵੇਂ ਹੋ ਜਾਊਗਾ, ਮਤਲਬ ਜੇ ਉਸ ਹਜੂਮ ਦੇ ਵਿੱਚ ਰਲ ਜੇ ਜਾਂ ਜੋ ਵੀ ਮਰਜ਼ੀ ਕਰ ਜੇ, ਤਾਂ ਕੱਲ੍ਹ ਨੂੰ ਕਈ ਟਾਈਪ ਦੀਆਂ ਨਵੀਆਂ ਸਮੱਸਿਆਵਾਂ ਬਿਲਡ ਹੋ ਜਾਣਗੀਆਂ, ਮਤਲਬ ਜੋ ਤੁਸੀਂ ਕਰਦੇ ਹੋ। ਔਰ ਫਿਰ ਤੁਸੀਂ ਦਲੀਲ ਦਿੰਦੇ ਹੋ ਕਿ ਇਹ ਤਾਂ ਦੂਜੇ ਦੇਸ਼ਾਂ 'ਚ ਵੀ ਐਵੇਂ ਹੀ ਆ, ਤੁਸੀਂ ਫਰਾਂਸ ਦੀ ਦਲੀਲ ਦਿੰਦੇ ਹੋ, ਇਜ਼ਰਾਈਲ ਦੀ ਦਿੰਦੇ ਹੋ, ਬਾਕੀ ਜਗ੍ਹਾ। ਕੀ ਅਸੀਂ ਉਹੀ, ਸਾਡਾ ਦੇਸ਼ ਦੇ ਵਿੱਚ ਉਹੀ ਜਿਹੀਆਂ ਲੋੜਾਂ ਨੇ ਲੋਕਾਂ ਦੀਆਂ, ਜਾਂ ਉੱਥੇ ਜਦੋਂ ਸਾਡੇ ਬੱਚੇ ਇੱਧਰ ਜਾਂਦੇ ਨੇ ਨਾਰਮਲੀ ਤਾਂ ਸਾਡੇ ਬੱਚੇ ਜਿਹੜੇ ਇੱਥੋਂ ਉੱਥੇ ਜਾਂਦੇ ਨੇ, ਉੱਥੇ ਕੋਈ ਨਾ ਕੋਈ ਰੁਜ਼ਗਾਰ ਉਹਨਾਂ ਨੂੰ ਮਿਲਦਾ ਹੈ, ਪੜ੍ਹਦੇ ਦੌਰਾਨ ਵੀ ਮਿਲਦਾ ਅਤੇ ਇਹ ਤੋਂ ਬਿਨਾਂ ਵੀ ਮਿਲਦਾ। ਦੂਜੀ ਗੱਲ, ਉੱਥੇ ਕਿਰਤ ਦਾ ਸਨਮਾਨ ਹੈ, ਮਤਲਬ ਉਹਨੂੰ ਨੀਵਾਂ ਨਹੀਂ ਸਮਝਿਆ ਜਾਂਦਾ, ਜਿਹੜੇ ਵੀ ਉਹ ਕਿਰਤ ਮਰਜ਼ੀ ਕਰਨ, ਚਾਹੇ ਕਿਸੇ ਦੇ ਭਾਂਡੇ ਮਾਂਜਣ, ਚਾਹੇ ਸਫਾਈ ਕਰਨ, ਉਹਨੂੰ ਮਾੜਾ ਨਹੀਂ ਸਮਝਿਆ ਜਾਂਦਾ। ਅਗਲੀ ਗੱਲ, ਉਹ ਕੀਤੀ ਗਈ ਕਿਰਤ ਦਾ ਮੁੱਲ ਬਰਾਬਰ ਮਿਲਦਾ, ਮਤਲਬ ਪੂਰਾ ਮਿਲਦਾ। ਇਹ ਨਹੀਂ ਹੈ ਕਿ ਇਹ ਕਿੱਤਾ ਹੋਰ ਹੈ, ਸਫਾਈ ਵਾਲੇ ਨੂੰ ਘੱਟ ਮਿਲ ਜਾਏਗਾ, ਦੂਜੇ ਨੂੰ ਵੱਧ ਮਿਲ ਜਾਏਗਾ। ਸਾਡੇ ਦੇਸ਼ 'ਚ ਹਾਲਾਤ ਬਿਲਕੁਲ ਹੋਰ ਹੈ। ਸਾਡੇ ਕਿਰਤੀ ਦੀ ਨਾ ਤਾਂ ਵਿਚਾਰੇ ਦੀ ਕੋਈ ਸਮਾਜਿਕ ਇੱਜ਼ਤ ਹੈ, ਅਤੇ ਨਾ ਉਹਨੂੰ ਪੈਸੇ ਪੂਰੇ ਮਿਲਦੇ ਨੇ। ਪੈਸੇ ਵੀ ਅਗਲਾ ਕਹਿੰਦਾ ਕੀ ਕੰਮ ਕੀਤਾ ਤੂੰ, ਆ ਸਫਾਈ ਕੀਤੀ ਹੈ, ਲੈ ਜਾ 500 ਰੁਪਇਆ 400 ਰੁਪਇਆ ਜੋ ਵੀ ਮਰਜ਼ੀ ਲੈ ਜਾ। ਉਹ ਜਿਹੜਾ ਇੱਕ ਪੈਟਰਨ ਹੈ, ਉਹ ਜਿਹੇ ਹਾਲਾਤ ਹੋਰ ਨੇ। ਜਿਵੇਂ ਸਾਡੇ ਇੱਕ ਇਦੋਂ ਪਹਿਲਾਂ ਕਿਹਾ ਗਿਆ, ਜਦੋਂ ਕਿਸਾਨ ਅੰਦੋਲਨ ਹੋਇਆ, ਜਦੋਂ 3 ਖੇਤੀ ਕਾਨੂੰਨ ਲਿਆਂਦੇ ਨੇ, ਉਦੋਂ ਵੀ ਗੌਰਮੈਂਟ ਨੇ ਇਹ ਕਿਹਾ ਕਿ ਇਹ ਕਾਨੂੰਨਾਂ ਦੇ ਮੁਤਾਬਕ ਤਾਂ ਦੁਨੀਆ ਦੀ ਖੇਤੀ ਵੀ ਤਾਂ ਇਹੋ ਜਿਹੇ ਕਾਨੂੰਨ ਸੀਗੇ, ਉਹ ਚੱਲਦੇ ਨੇ। ਪਰ ਲੋਕਾਂ ਨੇ ਉਦੋਂ ਸਵਾਲ ਕੀਤਾ ਕਿ ਦੁਨੀਆ ਦੇ ਵਿਕਸਿਤ ਦੇਸ਼ਾਂ ਦੇ ਵਿੱਚ ਤਾਂ ਖੇਤੀ 'ਤੇ ਬੰਦੇ 1 ਤੋਂ 2 3 4 5% ਰਹਿ ਗਏ। ਸਾਡੇ ਅਜੇ ਵੀ ਲਗਭਗ 50% ਬੰਦੇ ਸਿੱਧੇ ਨਿਰਭਰ ਨੇ। ਇੰਨੇ ਬੰਦੇ ਕਿੱਧਰ ਲੈ ਜਾਓਗੇ ਤੁਸੀਂ? ਇਹ ਤਰੀਕਾ ਹੀ ਨਹੀਂ ਹੋ ਸਕਦਾ। ਸਾਡੇ ਰੁਜ਼ਗਾਰ ਦਾ ਸਾਧਨ ਹੀ ਉਸ ਲੈਵਲ ਦਾ ਨਹੀਂ ਹੈ। ਔਰ ਦੂਜੇ ਦੇਸ਼ਾਂ 'ਚ ਸੋਸ਼ਲ ਸਿਕਿਉਰਿਟੀ ਦਾ ਨੈਟਵਰਕ ਹੈ। ਜੇ ਉਹ ਰੁਜ਼ਗਾਰ ਨਹੀਂ ਦੇ ਸਕਦੇ ਤਾਂ ਉਹਨਾਂ ਕੁ ਬੇਰੁਜ਼ਗਾਰੀ ਭੱਤਾ ਮਿਲਦਾ, ਜਿਹਦੇ ਨਾਲ ਉਹ ਜ਼ਿੰਦਗੀ ਚਲਾ ਸਕਣ। ਮੈਨੂੰ ਐਂ ਲੱਗਦਾ ਜਿੱਦਾਂ ਸਰਕਾਰ ਨੇ ਯੋਜਨਾ ਦਾ ਨਾਂ ਰੱਖਿਆ ਵੀਰ ਜੀ ਅਗਨੀਪਥ, ਵੀ ਸਰਕਾਰ ਨੇ ਇਸ ਤਰ੍ਹਾਂ ਇਹ ਯੋਜਨਾ ਨੂੰ ਲਾਗੂ ਕਰਕੇ ਇੱਕ ਤਰ੍ਹਾਂ ਅੱਗ ਦੇ ਨਾਲ ਖੇਡਣ ਵਾਲੀ ਹੀ ਗੱਲ ਕਰ ਲਈ, ਜਾਣਾ ਪੰਜਾਬੀ ਦਾ ਮੁਹਾਵਰਾ ਹੈ। ਕਿਉਂਕਿ ਦੇਸ਼ ਦੇ ਵਿੱਚ ਇਸ ਵੇਲੇ ਜਿਹੜੇ ਹਾਲਾਤ ਹੈ ਉਹ ਬਹੁਤ ਹੀ ਖਰਾਬ ਹੁੰਦੇ ਦਿਖਾਈ ਦੇ ਰਹੇ ਨੇ। ਜਿਵੇਂ ਕਿ ਪਿਛਲੇ ਟਾਈਮ ਦੇ ਵਿੱਚ ਆਪਾਂ ਨੇ ਜਦੋਂ ਇੱਕ ਰਿਜ਼ਰਵੇਸ਼ਨ ਦਾ
ਅੰਦੋਲਨ ਚੱਲਿਆ ਬਹੁਤ ਵੱਡੇ ਪੱਧਰ 'ਤੇ, ਉਦੋਂ ਵੀ ਬਹੁਤ, ਅਤੇ ਇਸ ਤੋਂ ਵੀ ਇਹ ਲੱਗ ਰਿਹਾ ਕਿਉਂਕਿ ਅੰਦੋਲਨ ਕੱਲ੍ਹ ਦੇ ਨਾਲੋਂ ਅੱਜ ਬਹੁਤ ਜ਼ਿਆਦਾ ਵੱਧ ਗਿਆ ਅਤੇ ਇਸ ਦੇ ਨਾਲ ਇਹ ਕਾਂਗਰਸ ਨੇ ਹੋਰ ਵਿਰੋਧੀ ਧਿਰਾਂ ਨੇ ਇਹ ਯੋਜਨਾ ਨੂੰ ਸਿੱਧੇ ਤੌਰ 'ਤੇ ਵਾਪਸ ਲੈਣ ਦੀ ਮੰਗ ਕਰੀ ਹੈ। ਅਤੇ ਅੰਦੋਲਨ ਦਾ ਅਗਲਾ ਰੂਪ ਕਿਸ ਤਰ੍ਹਾਂ ਦਾ ਹੋ ਸਕਦਾ, ਤੁਸੀਂ ਆਪਣੇ ਐਕਸਪੀਰੀਅੰਸ 'ਚੋਂ ਮੈਨੂੰ ਇਹ ਦੱਸੋ। ਇਹਦੇ 'ਚ ਇਹ ਗੱਲ ਠੀਕ ਹੈ ਕਿ ਕਾਫੀ ਆਪੋਜੀਸ਼ਨ ਪਾਰਟੀਆਂ ਨੇ, ਈਵਨ ਪੰਜਾਬ ਦੇ ਚੀਫ ਮਿਨਿਸਟਰ ਨੇ ਵੀ ਅੱਜ ਉੱਥੇ ਕੰਪੇਨ ਦੇ ਦੌਰਾਨ ਕਿਹਾ ਕਿ ਇਹਨੂੰ ਵਾਪਸ ਲੈਣਾ ਚਾਹੀਦਾ, ਔਰ ਹੋਰਾਂ ਪਾਰਟੀਆਂ ਨੇ ਵੀ ਕਿਹਾ, ਕਾਂਗਰਸ ਨੇ ਵੀ, ਸਾਰਿਆਂ ਨੇ, ਕਿ ਇਹ ਨਹੀਂ ਹੈ ਠੀਕ ਤਰੀਕਾ ਅਤੇ ਇਹਨੂੰ ਵਾਪਸ ਲਿਆ ਜਾਣਾ ਚਾਹੀਦਾ। ਪਰ ਜਦੋਂ ਕੋਈ ਨਹੀਂ ਮੰਨਦਾ, ਕਿਉਂਕਿ ਸਾਡੀ ਸਰਕਾਰ ਦੀ ਇੱਕ ਅਪਰੋਚ ਹੈ ਕਾਫੀ ਲੰਮੇ ਸਮੇਂ ਤੋਂ, ਚਾਹੇ ਨੋਟਬੰਦੀ ਹੋਈ ਉਹਦੇ ਨਾਲ ਬਹੁਤ ਨੁਕਸਾਨ ਹੋਇਆ, ਸਭ ਨੂੰ ਪਤਾ ਹੈ, GST 'ਤੇ ਵੀ ਵਪਾਰੀ ਸਾਰੇ ਲੋਕਾਂ ਨੂੰ ਕੋਈ ਬਹੁਤ ਜ਼ਿਆਦਾ ਉਹ ਨਹੀਂ, ਪਰ ਉਹਨੇ ਵਾਪਸ ਉਹ ਚੀਜ਼ਾਂ ਵਾਪਸ ਨਹੀਂ ਲਈਆਂ, ਨਾ ਇਹ ਕਿਹਾ ਕਿ ਗਲਤੀ ਹੋ ਗਈ, ਉਹਨੇ ਉਹਨੂੰ ਦਰੁਸਤ ਠਹਿਰਾਇਆ। ਇਹ ਤਾਂ ਕਿਸਾਨ ਅੰਦੋਲਨ ਇੱਕ ਐਡਾ ਔਰਗੇਨਾਈਜ਼ਡ ਅੰਦੋਲਨ ਹੋ ਗਿਆ, ਪੀਸਫੁਲ ਅੰਦੋਲਨ ਸੀ, ਸਾਲ ਤੋਂ ਵੱਧ ਲੱਗਿਆ ਤਾਂ ਜਾ ਕੇ ਉਹ ਕਾਨੂੰਨ ਵਾਪਸ ਲਏ ਨੇ। ਹੁਣ ਸਵਾਲ ਇਹ ਪੈਦਾ ਹੁੰਦਾ ਇਸ ਸਮੇਂ ਕਿ ਕੀ ਇਹ ਅੰਦੋਲਨ ਕੋਈ ਜ਼ਾਬਤਾਬੱਧ ਅੰਦੋਲਨ ਦਾ ਰੂਪ ਲੈ ਲਏਗਾ? ਜੇ ਤਾਂ ਇਹ ਅੰਦੋਲਨ ਜ਼ਾਬਤਾਬੱਧ ਰੂਪ ਦਾ ਅੰਦੋਲਨ ਬਣ ਜੇ ਫਿਰ ਤਾਂ ਚੱਲ ਵੀ ਸਕਦਾ, ਔਰ ਸਰਕਾਰ ਨੂੰ ਪਿੱਛੇ ਬੈਠਣਾ ਪਏਗਾ। ਜਦੋਂ ਅੰਦੋਲਨ ਹਿੰਸਕ ਹੋ ਜਾਂਦਾ, ਹਿੰਸਕ ਅੰਦੋਲਨ ਦੇ ਵਿੱਚ ਕੋਈ ਅਗਵਾਈ ਨਹੀਂ ਬਚਦੀ, ਉਹ ਆਮ ਮੁਹਾਰਾ ਹੋ ਜਾਂਦਾ, ਉਦੋਂ ਨੌਜਵਾਨਾਂ 'ਤੇ ਤਸ਼ੱਦਦ ਕਰਨ ਦਾ ਵੀ ਸਰਕਾਰ ਨੂੰ ਮੌਕਾ ਜ਼ਿਆਦਾ ਮਿਲਦਾ, ਅਤੇ ਨਾਰਮਲੀ ਫਿਰ ਡਰ ਵੀ ਜਾਂਦੇ ਨੇ, ਮਾਪੇ ਵੀ ਡਰ ਜਾਂਦੇ ਨੇ, ਬੱਚਿਆਂ ਨੂੰ ਕਹਿੰਦੇ ਨੇ ਤੁਸੀਂ ਨਾ ਜਾਓ, ਬਾਕੀ ਦੀਆਂ ਚੀਜ਼ਾਂ ਵੀ ਹੋ ਜਾਂਦੀਆਂ ਨੇ। ਇਸ ਕਰਕੇ ਅੱਜ ਦਾ ਦੌਰ, ਇੱਕ ਤਾਂ ਜਿਹੜੇ ਅੰਦੋਲਨਕਾਰੀ ਨੇ ਉਹਨਾਂ ਨੂੰ ਵੀ ਇਹ ਸਿੱਖਣਾ ਪਏਗਾ ਕਿ ਅੱਜ ਦਾ ਦੌਰ ਸ਼ਾਂਤਮਈ ਵੱਡੇ ਜਨਤਕ ਅੰਦੋਲਨ ਦਾ, ਦੂਜੇ ਅੰਦੋਲਨ ਦੀ ਬਜਾਏ। ਪਰ ਕਿਉਂਕਿ ਇਹ ਆਪ ਮੁਹਾਰੇ ਹੈ, ਉਹ ਨੌਜਵਾਨਾਂ 'ਚ ਗਰਮ ਖੂਨ ਵੀ ਹੁੰਦਾ ਹੈ, ਜਿਹੜੇ ਬੰਦੇ ਬੱਚੇ ਇੰਨਾ ਚਿਰ ਦੇ ਗਰਾਊਂਡਾਂ 'ਚ ਮਿਹਨਤ ਕਰ ਰਹੇ ਨੇ, ਜਦ ਉਹਨਾਂ ਨੂੰ ਤੁਰੰਤ ਪਤਾ ਲੱਗੇ ਵੀ ਤੈਨੂੰ ਤਾਂ ਨੌਕਰੀ 4.5 ਸਾਲ, ਹਾਂ, ਤਾਂ ਉਹਨਾਂ 'ਤੇ, ਔਰ ਇਸ ਲਈ ਗੌਰਮੈਂਟ ਲੈਵਲ 'ਤੇ ਵੀ ਅਤੇ ਸਾਰੀ ਪੋਲੀਟੀਕਲ ਹਰਿਆਰਕੀ ਦੇ ਤੌਰ 'ਤੇ ਵੀ ਸਭ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਭੜਕਾਹਟ ਦੀ ਬਜਾਏ ਇੱਕ ਔਰਗੇਨਾਈਜ਼ਡ ਅੰਦੋਲਨ, ਇੱਕ ਸੀਖ ਤਰੀਕੇ ਦਾ ਗੱਲ ਹੋਵੇ ਜਿਹਦੇ ਨਾਲ ਸਰਕਾਰ ਮੁੜ ਕੇ ਸੰਵਾਦ 'ਚ ਪਵੇ। ਸਾਡੀ ਸਰਕਾਰ ਦਾ ਅਸਲ 'ਚ ਪ੍ਰੋਬਲਮ ਇਹ ਹੈ ਹੁਣੇ, ਨਹੀਂ ਤਾਂ ਇੰਨੇ ਫੌਜੀ ਜਰਨੈਲ ਕਿਉਂ ਇਸ ਵਿਰੋਧ ਕਰਦੇ, ਦਾ ਮਤਲਬ ਉਹਨਾਂ ਨਾਲ ਵੀ ਕੋਈ ਰਾਏ ਮਸ਼ਵਰਾ ਬਹੁਤ ਜ਼ਿਆਦਾ ਨਹੀਂ ਹੋਇਆ, ਅਤੇ ਨਾ ਜਿਨ੍ਹਾਂ 'ਤੇ ਲਾਗੂ ਕਰਨੀ ਉਹਨਾਂ ਨਾਲ ਹੋਇਆ, ਕਿਸਾਨਾਂ ਨਾਲ ਕਿਹੜਾ ਪਹਿਲਾਂ ਕੀਤਾ ਸੀ, ਅਤੇ ਇਸੇ ਲਈ ਬੜਾ ਵੱਡਾ ਰੌਲਾ ਪਿਆ ਸੀ। ਅਤੇ ਤੁਸੀਂ ਐਵੇਂ ਨਹੀਂ ਧੱਕੇ ਦੀ ਮੇਲ ਦੇ ਨਾਲ ਨਹੀਂ ਚਲਾ ਸਕਦੇ। ਇਹਦੇ 'ਚ ਇੱਕ ਬਹੁਤ ਬੜਾ ਕੁਐਸਚਨ ਇਹ ਹੈ ਕਿ ਪਹਿਲਾਂ ਹੀ ਬੇਚੈਨੀ ਬਹੁਤ ਜ਼ਿਆਦਾ ਹੈ, ਰੁਜ਼ਗਾਰ ਹੋਰ ਖੇਤਰ 'ਚ ਵੀ ਕਿਤੇ ਨਹੀਂ ਹੈ, ਮਹਿੰਗਾਈ ਇੰਨੀ ਵੱਧ ਗਈ, ਆਏ ਦਿਨ ਆਪਾਂ ਦੇਖਦੇ ਹਾਂ ਜਿਹੜੇ ਅੰਕੜੇ ਹੀ ਆ ਰਹੇ ਨੇ ਕਿ ਕਿੰਨੇ ਭੁੱਖਮਰੀ ਦੇ ਸ਼ਿਕਾਰ ਹੋ ਰਹੇ ਨੇ ਲੋਕ। ਇਹੋ ਜਿਹੇ ਮਾਹੌਲ ਦੇ ਵਿੱਚ ਸਰਕਾਰਾਂ ਦੀ ਇਹ ਜ਼ਿੰਮੇਵਾਰੀ ਹੈ, ਜੇ ਕੋਈ ਫੈਸਲਾ ਲਿਆ ਵੀ ਹੈ ਤਾਂ ਉਹਨੂੰ ਫਿਲਹਾਲ ਪੈਂਡਿੰਗ ਰੱਖ ਕੇ ਇੱਕ ਰਾਹ ਬਣਾਓ, ਲੋਕਾਂ ਨਾਲ ਗੱਲ ਕਰੋ, ਅਤੇ ਨਵੀਂ ਭਰਤੀ ਜਿਹੜੀ ਸ਼ੁਰੂ ਕਰਕੇ ਉਹਨਾਂ ਦਾ ਮਤਲਬ ਉਹਨਾਂ ਦੇ ਪਾਸੇ ਵੱਲ ਸੋਚਣਾ ਬੜਾ ਜ਼ਰੂਰੀ ਹੈ। ਆਪਾਂ ਇਹ ਕਹਿ ਸਕਦੇ ਹਾਂ ਜੀ, ਸਰਕਾਰ ਨੂੰ ਵੀ ਅਤੇ ਆਮ ਪਬਲਿਕ ਨੂੰ ਵੀ, ਵਿਰੋਧੀ ਧਿਰਾਂ ਦੇ ਆਗੂਆਂ ਨੂੰ ਵੀ ਇਸ ਮਾਮਲੇ 'ਚ ਬਹੁਤ ਸੰਜਮ ਵਰਤਣਾ ਚਾਹੀਦਾ ਹੈ, ਤਾਂ ਜੋ ਦੇਸ਼ ਦੇ ਵਿੱਚ ਜਿਹੜੀ ਅਮਨ ਸ਼ਾਂਤੀ ਆ ਉਹ ਬਰਕਰਾਰ ਰਹਿ ਸਕੇ। ਅਤੇ ਇਸ ਦੇ ਨਾਲ ਹੀ ਆਪਾਂ ਰੁਖ ਕਰਦੇ ਹਾਂ ਜੀ ਪੰਜਾਬ ਦਾ। ਪੰਜਾਬ ਦੇ ਵਿੱਚ ਇਸ ਵੇਲੇ ਸੰਗਰੂਰ ਦੇ ਵਿੱਚ ਲੋਕ ਸਭਾ ਜ਼ਿਮਨੀ ਚੋਣ ਹੋ ਰਹੀ ਹੈ, ਅਤੇ ਪੂਰੀ ਤਰ੍ਹਾਂ ਮੈਦਾਨ ਭਖਿਆ ਹੋਇਆ ਹੈ, ਅਤੇ ਕਈ ਤਰ੍ਹਾਂ ਦੇ, ਇਹ ਦੱਸੋ ਵੀ ਚੋਣ ਦੇ ਵਿੱਚ ਕਿਹੜੇ ਕਿਹੜੇ ਮੁੱਦੇ ਉੱਭਰ ਕੇ ਸਾਹਮਣੇ ਆ ਰਹੇ ਨੇ, ਅਤੇ ਪਾਰਟੀਆਂ ਦੀ ਕੀ ਰਣਨੀਤੀ ਹੈ? ਅਸਲ ਦੇ ਵਿੱਚ ਬੰਦੇ ਕਈ ਖੜ੍ਹੇ ਨੇ, ਪੰਜ ਕਿਹਾ ਜਾ ਰਿਹਾ, ਪੰਜ ਕੋਨਾ ਮੁਕਾਬਲੇ ਦੇ ਰੂਪ ਦੇ ਵਿੱਚ ਕਿਹਾ ਜਾਂਦਾ, ਕਿਉਂਕਿ ਭਗਵੰਤ ਮਾਨ ਹੋਣੀ ਉੱਥੇ MP ਸੀਗੇ, ਉਹ ਮੁੱਖ ਮੰਤਰੀ ਵੰਡ ਕਰਕੇ ਉਹ ਸੀਟ ਖਾਲੀ ਹੋਈ ਹੈ, 1.5 ਸਾਲ ਦਾ ਰਹਿੰਦਾ ਮਾਮਲਾ ਅਜੇ ਜਿਹੜਾ ਲੋਕ ਸਭਾ ਦਾ, ਇਹਦੇ ਲਈ ਚੋਣ ਹੋ ਰਹੀ ਹੈ। ਉਹਦੇ 'ਚ ਦੂਜਾ ਜਿਹੜਾ ਕਾਂਗਰਸ ਹੈ, ਤੀਜਾ BJP ਨੇ ਵੀ ਕਾਂਗਰਸ 'ਚੋਂ ਇੱਕ ਦਿਨ ਪਹਿਲਾਂ ਲਿਆ ਕੇ ਬੰਦਾ ਜਿਹੜਾ ਕੇਵਲ ਢਿੱਲੋਂ ਖੜ੍ਹੇ ਕੀਤੇ ਨੇ, ਔਰ ਅਕਾਲੀ ਦਲ ਨੇ ਬੰਦੀ ਸਿੰਘਾਂ ਦੇ ਨਾਂ 'ਤੇ ਰਾਜੋਆਣਾ ਜਿਹੜੇ ਬੇਅੰਤ ਸਿੰਘ ਕਰਕੇ ਉਹਨਾਂ ਦੀ ਭੈਣ ਨੂੰ ਖੜ੍ਹਾ ਕੀਤਾ ਕੇਵਲ, ਮਤਲਬ ਉਸੇ ਨੂੰ ਉਹ ਚਾਹੁੰਦੇ ਸੀ ਕਿ ਇੱਕ ਟਾਈਪ ਦਾ ਅਸੀਂ ਸਾਂਝਾ, ਸ਼ਾਇਦ ਸਿਮਰਜੀਤ ਮਾਨ ਨੂੰ ਵੀ ਨਾਲ ਲੈ ਲਈਏ, ਪਰ ਸਿਮਰਜੀਤ ਮਾਨ ਆਪਣੇ ਏਜੰਡੇ 'ਤੇ ਆਪਣੇ ਤਰੀਕੇ ਨਾਲ ਗੱਲ ਹੈ। ਔਰ ਇਸ ਸਮੇਂ ਲੱਗ ਇਹ ਰਿਹਾ ਕਿ ਲੋਕਾਂ 'ਚ ਕੋਈ ਚੋਣ ਪ੍ਰਤੀ ਉਤਸ਼ਾਹ ਨਹੀਂ ਨਜ਼ਰ ਆ ਰਿਹਾ ਫਿਲਹਾਲ ਸਾਰੇ ਕਿਤੇ। ਉਹਦੇ ਕਈ ਕਾਰਨ ਨੇ, ਇੱਕ ਤਾਂ ਤੁਰੰਤ ਚੋਣ ਆ ਗਈ ਹੈ, ਅਤੇ ਕੋਈ ਬਹੁਤ ਜ਼ਿਆਦਾ ਪਹਿਲਾਂ ਵੀ ਉਤਸ਼ਾਹ, 3 ਮਹੀਨਿਆਂ 'ਚ ਵੀ ਕੋਈ ਉਤਸ਼ਾਹਵਰਧਕ ਚੀਜ਼ ਨਹੀਂ ਹੋਈ ਏਡੀ ਵੱਡੀ ਹੋਈ ਜਿਹਨੂੰ ਲੋਕਾਂ ਨੂੰ ਲੱਗਦਾ ਹੋਵੇ। ਦੂਜੀ ਇਹ ਹੈ, ਆਹ ਜੂਨ ਦਾ ਮਹੀਨਾ ਲੋਕ ਮਤਲਬ ਜੀਰੀ ਝੋਨਾ ਲਾਉਣ ਦੇ 'ਤੇ ਹੋ ਗਿਆ, ਅਤੇ ਗਰਮੀ ਵੀ ਬਹੁਤ ਆ, ਹੁਣ ਉਹ ਰੈਲੀਆਂ 'ਚ ਐਡੀ ਗਰਮੀ 'ਚ ਜਾਣਾ ਵੀ ਕਿਵੇਂ ਹੈ, ਅਤੇ ਝੋਨੇ ਦੀ ਲਵਾਈ ਵੀ ਜਿਹੜੀ ਇੱਕ ਬੜਾ ਵੱਡਾ ਕਾਰਨ ਹੋ ਸਕਦੀ ਹੈ। ਅਤੇ ਸਭ ਤੋਂ ਬੜਾ ਕਾਰਨ ਇਹੀ ਹੈ ਕਿ ਸਿਆਸਤਦਾਨਾਂ ਪ੍ਰਤੀ ਉਪਰਾਮਤਾ ਜਿਹੜੀ ਉਹਨਾਂ ਦੀ ਹੋ ਗਈ ਹੈ, ਹੁਣ ਭਰੋਸੇਯੋਗਤਾ ਜਿਹੜੀ ਹੈਗੀ ਸਿਆਸਤਦਾਨਾਂ ਦੀ, ਹਾਂ, ਉਹ ਬਹੁਤ ਵੱਡਾ ਕਾਰਨ ਹੈ। ਅਤੇ 2 ਦਿਨ ਤੋਂ ਹੁਣ ਮੁੱਖ ਮੰਤਰੀ ਵੀ ਗਏ ਨੇ
ਕੰਪੇਨ ਕਰਨ ਦੇ ਲਈ ਲਗਾਤਾਰ। ਔਰ ਇਹ ਗੱਲਾਂ ਵੀ ਆਈਆਂ ਵੀ ਕਾਫਲੇ 'ਚ ਓਨੇ ਬੰਦੇ ਨਹੀਂ ਆਉਂਦੇ ਜਿੰਨੇ ਪਹਿਲਾਂ ਆਉਂਦੇ ਨਜ਼ਰ ਆ ਰਹੇ ਸੀ ਜਾਂ ਹੋਰ। ਉਹਦਾ ਇਹ ਕਾਰਨ ਵੀ ਹੋ ਸਕਦੇ ਨੇ, ਇੱਕ ਸਰਕਾਰ ਦੇ ਨਾਲ ਥੋੜ੍ਹਾ ਬਹੁਤ ਨਾਰਾਜ਼ਗੀਆਂ ਵੀ ਕੁਝ ਕੰਮਾਂ 'ਤੇ ਜਾਂ ਕੁਛ ਲੋਕਲ MLA ਦੇ ਬਿਹੇਵੀਅਰ 'ਤੇ, ਕਈ ਚੀਜ਼ਾਂ ਹੋਣਗੀਆਂ ਜਿਹੜੀਆਂ ਰਲ ਕੇ ਆਉਣਗੀਆਂ। ਪਰ ਉਹਦੇ ਵਿੱਚ ਇੱਕ ਗੱਲ ਆ ਰਹੀ ਹੈ ਕਿ ਸਰਕਾਰੀ ਧਿਰ ਤਾਂ ਇੱਕੋ ਗੱਲ ਕਹਿ ਰਹੀ ਹੈ ਕਿ ਅਜੇ ਸਾਨੂੰ 3 ਮਹੀਨੇ ਹੋਏ ਨੇ, ਸਾਨੂੰ ਸਮਾਂ ਦਿਓ, ਹਜੇ ਬਹੁਤ ਟਾਈਮ ਪਿਆ, ਸਮਾਂ ਦਿਓਗੇ ਤਾਂ ਅਸੀਂ ਤੁਹਾਡੇ ਸਾਰੇ ਕੰਮ ਕਰਾਂਗੇ ਜੋ ਹੋਣਗੇ ਸਟੈਪ ਬਾਏ ਸਟੈਪ। ਆਹ ਦੇਖੋ, ਕਰਪਸ਼ਨ ਤੇ ਸਾਡੀ 0 ਟੋਲਰੈਂਸ ਆ, ਅਸੀਂ ਇੱਕ ਆਪਦਾ ਮੰਤਰੀ ਹਟਾਤਾ, ਦੂਜਾ ਸਾਬਕਾ ਮੰਤਰੀ ਫੜ ਲਿਆ, ਹੋਰਾਂ ਦੇ ਖਿਲਾਫ ਵੀ ਕਾਰਵਾਈ ਕਰ ਰਹੇ ਹਾਂ। ਇਹ ਉਹਨਾਂ ਦਾ ਮੇਨ ਏਜੰਡੇ ਦੇ ਤੌਰ 'ਤੇ ਹੈ। ਦੂਜਾ ਏਜੰਡਾ ਉਹਨੂੰ ਲੱਗ ਰਿਹਾ ਜਾਂ ਤਾਂ ਭਗਵੰਤ ਮਾਨ ਉਹਨਾਂ ਨੂੰ ਵੀ ਕਿ ਉਹਦੀ ਲੜਾਈ ਮੇਨਲੀ ਸਿਮਰਜੀਤ ਮਾਨ ਨਾਲ ਹੋ ਗਈ, ਇਸ ਲਈ ਫੋਕਸ ਮਾਨ 'ਤੇ ਹੀ ਕਰ ਰਹੇ। ਉਹ ਕਹਿੰਦੇ ਵੀ ਇਹ ਕਿਰਪਾਨ ਦਾ ਮੁੱਦਾ ਉਠਾਉਂਦੇ ਨੇ, ਅਸੀਂ ਅਮਨ ਸ਼ਾਂਤੀ ਦਾ ਉਠਾਉਂਦੇ ਹਾਂ। ਇਹਨੂੰ ਇਸ ਐਂਗਲ ਤੋਂ ਵੀ ਲਿਆ ਜਾ ਰਿਹਾ। ਚੋਣ ਹੈ ਵੀ ਅਕਾਲੀ ਦਲ ਅੰਮ੍ਰਿਤਸਰ ਮਾਨ ਤੇ ਵਰਸੇ ਉਹਨੂੰ ਮਤਲਬ ਉਹਦੇ ਬੋਲੀ ਦੋਨੋਂ ਹੀ ਮਾਨ ਹੋ ਗਏ ਦੋਵੇਂ ਪਾਸੇ, ਉਹਦੇ ਤੋਂ ਇਹ ਲੱਗ ਰਿਹਾ। ਪਰ ਅਗਲੀ ਗੱਲ ਇਹ ਹੈ ਕਿ ਅਕਾਲੀ ਦਲ ਇੱਕੋ ਏਜੰਡਾ ਲੈ ਕੇ ਜਾ ਰਿਹਾ ਕਿ ਬੰਦੀ ਸਿੰਘਾਂ ਦਾ ਮਾਮਲਾ ਹੈ। ਅਸਲ 'ਚ ਜਿਹੜੀ ਸਿੱਖ ਪੋਲੀਟਿਕਸ ਹੈ ਇਸ ਚੋਣ ਨੇ ਵੰਡਤੀ ਬਹੁਤ ਬੁਰੀ ਤਰ੍ਹਾਂ। ਔਰ ਈਵਨ ਜੇ ਭਾਈ ਜਥੇਦਾਰ ਹਵਾਰਾ ਜਿਹੜੇ ਨੇ ਉਸੇ ਬੇਅੰਤ ਸਿੰਘ ਮਰਡਰ ਕੇ ਵੀ ਦੂਜਿਆਂ 'ਚ ਵੀ ਜਿਹੜੇ ਜੇਲ੍ਹ ਦੇ ਅੰਦਰ ਨੇ, ਉਹਨੇ ਚਿੱਠੀ ਲਿਖੀ ਹੈ ਸਿਮਰਜੀਤ ਮਾਨ ਦੀ ਮਦਦ ਕਰਨ ਦੀ। ਰਾਜੋਆਣੇ ਦੀ ਭੈਣ ਖੜੇ ਰਾਜੋਆਣੇ ਨੇ ਦੀ ਚਿੱਠੀ ਲਿਖੀ ਹੈ ਕਮਲਦੀਪ ਕੌਰ ਦੀ, ਜਿਹੜੇ ਅਕਾਲੀ ਦਲ ਨੇ ਖੜਾ ਕੀਤਾ। ਔਰ ਗਰਮ ਖਿਆਲੀ ਧਿਰ ਉਹ ਵੀ ਇਸ ਉਹ 'ਚ ਦੋ ਉਹਦੇ 'ਚ ਪੂਰੇ 2 ਧੜੇ ਉਹਨਾਂ ਦੇ ਉੱਪਰ ਕੇ ਸਾਹਮਣੇ ਆ ਗਏ। ਹਾਂ, ਅਕਾਲੀ ਦਲ ਤੇ ਜਿਹੜੇ ਸਿਮਰਜੀਤ ਮਾਨ ਨੇ, ਸਿਮਰਜੀਤ ਮਾਨ ਵੱਡਾ ਮੁੱਦਾ ਇਸ ਲਈ ਉਠਾ ਰਹੇ ਨੇ, ਇਸੇ ਲਈ ਕਿ ਮੈਂ ਤਾਂ ਆਪ ਬੰਦੀ ਸਿੰਘ ਹੀ ਹਾਂ ਤੇ ਬਾਕੀ ਨਿਰੰਤਰ ਲਗਾਤਾਰ ਇਸ ਮਾਮਲੇ ਦੇ ਵਿੱਚ ਹਾਂ। ਤੇ ਨਾਲ ਉਹ ਕੁਝ ਹੋਰ ਵੀ ਗੱਲਾਂ ਕਰ ਰਹੇ। ਉਹ ਕਹਿੰਦਾ ਮੈਂ ਪਾਰਲੀਮੈਂਟ ਦੇ ਵਿੱਚ ਸੀਰੀਅਸਲੀ ਉਠਾਊਂਗਾ ਇੰਡੋ ਪਾਕ ਬਾਰਡਰ ਖੋਲ੍ਹਣਾ, ਇੱਥੋਂ ਦੇ ਵਪਾਰੀ ਨੂੰ ਫਾਇਦਾ ਹੋਵੇ, ਇੱਥੋਂ ਦੀ ਫਸਲ ਵੇਖੇ, ਇਹ ਸਾਰੀਆਂ ਚੀਜ਼ਾਂ ਵੀ ਉਹ ਉਠਾ ਰਿਹਾ ਉਸ ਸਾਰੇ ਮਾਮਲੇ ਦੇ ਵਿੱਚ। ਸੂਬੇ ਨੂੰ ਅਧਿਕਾਰਾਂ ਦੀ ਗੱਲ ਵੀ ਉਹ ਕਿਤੇ ਕਿਤੇ ਗਾਏ ਬਗਾਏ ਮਤਲਬ ਕਰ ਰਿਹਾ ਕਿ ਸਾਨੂੰ ਮਿਲਣਾ ਚਾਹੀਦਾ। ਔਰ ਇਹਦੇ ਨਾਲ ਦੀ ਨਾਲ ਅਗਲੀ ਗੱਲ ਜਿਹੜਾ ਕਾਂਗਰਸੀ ਹੈ, ਕਾਂਗਰਸੀ ਗੋਲਡੀ ਕਹਿੰਦਾ ਮੈਂ ਵੀ ਆਮ ਆਦਮੀ ਹਾਂ, ਮੈਂ ਵੀ 5 ਏਕੜ ਵਾਲਾ ਤੇ ਸਾਨੂੰ ਉਹ ਕਰੋ। ਤੇ ਜੀ ਆਪ ਨੇ ਕੀ ਕੀਤਾ ਹੁਣ ਤੱਕ, ਰਾਜ ਸਭਾ 'ਚ ਇਹੋ ਜਿਹੇ ਬੰਦੇ ਭੇਜੇ, ਫਲਾਣੇ ਭੇਜੇ, ਉਹ ਇਹਦੇ 'ਤੇ ਬੇਨਤੀ ਉਹ ਕਰਦਾ। ਬੀਜੇਪੀ ਦਾ ਇਹ ਲੱਗਦਾ, ਮੈਨੂੰ ਲੱਗਦਾ ਕਿ ਇਸ ਵਾਰ ਉਹਨੂੰ ਇਹ ਤਾਂ ਨਹੀਂ ਲੱਗਦਾ ਕਿ ਅਸੀਂ ਜਿੱਤਾਂਗੇ ਜਾਂ ਉਹ ਕਰਾਂਗੇ, ਪਰ ਉਹ ਇੱਕ ਸ਼ੋਅ ਕਰ ਰਿਹਾ ਉਸ ਪੱਧਰ ਦੇ ਉੱਤੇ। ਇੱਕ ਤਾਂ ਉਹਨੂੰ ਲੱਗਦਾ ਕਿ ਕਾਂਗਰਸ 'ਚੋਂ ਆਇਆ, ਸ਼ਹਿਰੀ ਵੋਟ ਸ਼ਾਇਦ ਪਹਿਲਾਂ ਵੀ ਉਹ ਪਿਛਲੇ ਵਾਰੀ ਵੀ MP ਦੀ ਸੀਟ 'ਤੇ ਖੜਾ ਸੀ। ਤੇ ਇਹ ਪੰਜ ਕੋਨਾ ਮੁਕਾਬਲਾ ਹੈ ਇੱਕ ਟਾਈਪ ਦਾ। ਤੇ ਉਹਦੇ 'ਚ ਅਗਲੇ ਕੁਝ ਦਿਨ ਬਚੇ ਨੇ ਕਿ ਸਿੰਪਥੀ ਕਿੱਧਰ ਨੂੰ ਹੋ ਰਹੀ ਹੈ। ਮਾਨ ਨੂੰ ਇਹ ਵੀ ਲੱਗਦਾ ਕਿ ਦੀਪ ਸਿੱਧੂ ਤੇ ਮੂਸੇ ਵਾਲਾ ਵਰਤਾਰਾ ਵੀ ਮੇਰੇ ਨਾਲ ਸ਼ਾਇਦ ਸਹਿਯੋਗ ਕਰੇ, ਤੇ ਜਿਹਦੇ ਕਰਕੇ ਇੱਕ ਨੌਜਵਾਨੀ ਦਾ ਇੱਕ ਜਜ਼ਬਾਤ ਹੁੰਦਾ, ਤੇ ਉਹ ਜਜ਼ਬਾਤ ਦੇ ਕੰਧਾੜੇ ਚੜ੍ਹ ਕੇ ਜਿਵੇਂ ਅਮਰਗੜ੍ਹ ਦੇ ਵਿੱਚ ਤੇ ਮਹਿਲ ਕਲਾਂ ਦੇ ਵਿੱਚ ਅਸੈਂਬਲੀ 'ਚ ਵੀ ਮਾਨ ਨੂੰ ਦੂਜੇ ਨੰਬਰ 'ਤੇ ਚਲੇ ਗਏ ਸੀ। ਹੌਲੀ ਹੌਲੀ ਵੋਟਾਂ ਵੱਧ ਗਈਆਂ, ਪਹਿਲਾਂ ਤਾਂ ਇਹ ਲੱਗਦਾ ਨਹੀਂ ਸੀ ਕਿ ਨਹੀਂ ਵੱਧ ਸਕਦੀਆਂ। ਇਸ ਲਈ ਇਹ ਸਵਾਲ ਹੈ। ਪਰ ਇਹਦੇ 'ਚ ਨਾ ਕਲੀਅਰ ਕੱਟ ਪੋਲੀਟੀਕਲ ਧਿਰਾਂ ਜੋ ਕੁਝ ਪੰਜਾਬ ਨੂੰ ਚਾਹੀਦਾ, ਪੰਜਾਬ ਦੀਆਂ ਜਿਹੜੀਆਂ ਬੁਨਿਆਦੀ ਸਮੱਸਿਆਵਾਂ ਨੇ ਉਹ ਬਹੁਤ ਘੱਟ ਡਿਸਕਸ ਹੋ ਰਹੀਆਂ ਨੇ। ਸਪੋਜ਼ ਕਰੋ ਬੇਰੁਜ਼ਗਾਰੀ ਬਹੁਤ ਵੱਡਾ ਪੰਜਾਬ ਦਾ ਮੁੱਦਾ ਹੈ, ਕਿਸਾਨਾਂ ਮਜ਼ਦੂਰਾਂ ਦੀਆਂ ਖੁਦਕਸ਼ੀਆਂ ਬਹੁਤ ਵੱਡਾ ਪੰਜਾਬ ਦਾ ਮੁੱਦਾ, ਬੱਚਿਆਂ ਦਾ ਪ੍ਰਵਾਸ ਬਹੁਤ ਵੱਡੇ ਸਾਰੇ ਮੁੱਦੇ ਨੇ। ਉਹਨੂੰ ਗਹਿ ਗਚ ਰੂਪ ਦੇ ਵਿੱਚ ਉਹ ਨਹੀਂ ਏਜੰਡਾ ਬਣ ਰਿਹਾ ਕਿਤੇ ਵੀ। ਕਿਉਂਕਿ ਆਪਾਂ ਦੇਖ ਰਹੇ ਹਾਂ ਜਿਹੜੀ ਇਹ ਮੂਸੇ ਵਾਲਾ ਕਤਲਕਾਂਡ ਹੈ, ਪਹਿਲਾਂ ਕਿਸੇ ਹੱਦ ਤੱਕ ਇਹ ਵੀ ਗੱਲ ਚੱਲਦੀ ਸੀ ਉਹਦੇ ਪਰਿਵਾਰ 'ਚੋਂ ਕਿਸੇ ਨੂੰ ਇੱਥੇ ਚੋਣ 'ਚ ਖੜਾ ਕੀਤਾ, ਚਲੋ ਨਹੀਂ ਹੋਇਆ ਇਹ। ਪਰ ਹੁਣ ਇਹ ਗੱਲ ਸਾਹਮਣੇ ਆ ਰਹੀ ਹੈ ਵੀ ਉਹਨਾਂ ਦਾ ਜਿਹੜਾ ਉਸਦਾ ਮਰਡਰ ਹੈ ਉਹਦਾ ਇੱਥੇ ਇਸ ਦੀ ਚੋਣ ਦੇ ਵਿੱਚ ਅਸਰ ਸਪਸ਼ਟ ਰੂਪ 'ਚ ਦੇਖਣ ਨੂੰ ਮਿਲ ਰਿਹਾ। ਸਰਕਾਰ ਦੇ ਖਿਲਾਫ ਨਾਰਾਜ਼ਗੀ ਦੇ ਵਜੋਂ ਵੀ ਸਾਹਮਣੇ ਆ ਰਿਹਾ। ਇੰਨੇ ਦਿਨ ਹੋ ਗਏ ਨੇ ਵੀ ਮੂਸੇ ਵਾਲੇ ਕਤਲ ਕੇਸ ਦੇ ਵਿੱਚ ਰੋਜ਼ ਸਰਕਾਰ ਗ੍ਰਿਫਤਾਰੀਆਂ ਕਰ ਰਹੀ ਹੈ, ਲਾਰੈਂਸ ਬਿਸ਼ਨੋਈ ਦਾ ਰਿਮਾਂਡ ਲਿਆ ਹੋਇਆ ਹੈ, ਤੇ ਪਰ ਕੋਈ ਗੱਲ ਨਿੱਤਰ ਕੇ ਅਜੇ ਤੱਕ ਸਰਕਾਰ ਇਸ ਜਿਹੜਾ ਹੈਗਾ ਮਤਲਬ ਕਤਲਕਾਂਡ ਇਹ ਤੋਂ ਪਰਦਾ ਨਹੀਂ ਚੁੱਕ ਸਕੀ ਪੁਲਿਸ। ਤੇ ਇਹਦੇ ਕੀ ਕਾਰਨ ਆਪਾਂ ਦੇਖ ਰਹੇ ਹਾਂ ਵੀ ਇਹ ਜਾਂਚ ਕਿੱਥੇ ਪੇਚ ਫਸਿਆ ਹੋਇਆ ਇਹਦਾ। ਦੇਖੋ, ਮਾਮਲਾ ਇਹ ਹੈ ਕਿ ਪਹਿਲਾਂ ਅੱਜ ਜਿੰਨੀਆਂ ਖਬਰਾਂ ਛਪੀਆਂ ਨੇ ਜਾਂ ਕੱਲ੍ਹ ਦਾ TV ਚੈਨਲ ਚਲਾ ਰਹੇ ਨੇ, ਇਹ ਸਾਰੀਆਂ ਸੋਰਸਸ ਦੀਆਂ ਖਬਰਾਂ ਨੇ। ਮਤਲਬ ਅਜੇ ਤੱਕ ਕਲੈਰਿਟੀ ਨਾਲ ਪੁਲਿਸ ਨੇ ਕੋਈ ਬਰੀਫਿੰਗ ਕੀਤੀ ਹੋਵੇ ਜਾਂ ਪ੍ਰੈਸ ਕਾਨਫਰੰਸ ਕੀਤੀ ਹੋਵੇ, ਇਹ ਨਹੀਂ ਕੀਤਾ। ਉਹ ਹੁਣ ਕਿਹਾ ਵੀ ਮਾਸਟਰਮਾਈਂਡ ਸਭ ਤੋਂ ਬੜਾ ਇਹ ਪਤਾ ਲੱਗ ਗਿਆ ਸਾਨੂੰ ਲਾਰੈਂਸ ਬਿਸ਼ਨੋਈ ਹੈ। ਪਰ ਜੇ ਉਹ ਮਾਸਟਰਮਾਈਂਡ ਸਭ ਤੋਂ ਵੱਡਾ ਹੈ ਤਾਂ ਉਹ ਜਿੰਨਾ ਚਿਰ ਉਹ ਜਿਹੜਾ ਵੈਪਨ ਹੈ, ਹਥਿਆਰ ਜਿਹੜਾ ਕਹਿੰਦੇ ਨੇ ਨਾਰਮਲੀ ਸਿਵਲ 'ਚ ਹੋ ਹੀ ਨਹੀਂ ਸਕਦਾ, ਤੇ ਉਹ ਕਿੱਥੋਂ ਆਇਆ, ਕਿਵੇਂ ਆਇਆ, ਕਿੱਥੇ ਪਿਆ, ਉਹ ਸਾਰੀਆਂ ਚੀਜ਼ਾਂ ਦਾ ਜੋੜ ਨਹੀਂ ਮਿਲਦਾ ਜਿੰਨਾ ਚਿਰ ਟੋਟਲ ਚੀਜ਼ਾਂ ਦਾ। ਉਹਨਾਂ ਚਿਰ ਤੁਸੀਂ ਕੇਸ ਨੂੰ ਟਰੇਸ ਹੋਇਆ ਨਹੀਂ ਸਮਝ ਸਕਦੇ। ਐਂ ਤਾਂ ਕਿਸੇ ਨੂੰ ਵੀ ਕਹਿ ਦਿਓ ਕਿ ਆਪਾਂ ਲੱਭ ਲਿਆ ਜੀ, ਲੱਭ ਲਿਆ, ਲੱਭਣ ਦੇ ਤੱਕ ਕੜੀ ਜੋੜਨੀ ਪਏਗੀ, ਐਵੀਡੈਂਸ ਜਿਹੜੇ ਤੱਥ ਨੇ ਤੁਹਾਨੂੰ ਸਾਹਮਣੇ ਲਿਆਉਣੇ ਪੈਣਗੇ। ਔਰ ਕਿਹਾ ਜਾ ਰਿਹਾ ਸੀ ਕਿ ਅੱਜ ਪੁਲਿਸ ਨੇ ਪ੍ਰੈਸ ਕਾਨਫਰੰਸ ਕਰਨੀ ਸੀ, ਸ਼ਾਇਦ ਉਹ ਟਾਲ ਦਿੱਤੀ ਗਈ ਹੈ।
ਔਰ ਮੈਨੂੰ ਲੱਗਦਾ ਕਿ ਜਿਹੜੀਆਂ ਅਫਵਾਹਾਂ ਦੀ ਬਜਾਏ ਜਿਹੜੀਆਂ ਸਰਕਾਰਾਂ ਹੁੰਦੀਆਂ ਨੇ ਉਹਨਾਂ ਨੂੰ ਇਹ ਕਰਨਾ ਚਾਹੀਦਾ ਹਮੇਸ਼ਾ ਹੀ ਕਿ ਜਾਂ ਸਰਕਾਰ ਦੇ ਪੱਧਰ ਤੇ ਕੋਈ ਬੰਦਾ ਹੋਵੇ ਜਾਂ ਪੁਲਿਸ ਦਾ ਕੋਈ ਸਪੋਕਸਪਰਸਨ ਹੋਵੇ, ਹਰ ਰੋਜ਼ ਬਰੀਫ ਅਪਡੇਟ ਦੇਣਾ ਚਾਹੀਦਾ, ਅਪਡੇਟ ਦੇਵੇ ਕਿ ਭਾਈ ਸਾਡੇ ਕੋਲ ਕੁਛ ਹੈ ਨਹੀਂ, ਜਾਂ ਜਿਹੜੀਆਂ ਅਫਵਾਹਾਂ ਵੱਖ-ਵੱਖ ਸੋ ਕਾਲਡ ਸੋਰਸਸ ਦੇ ਆਧਾਰ ਤੇ ਕਰੀਆਂ ਜਾ ਰਹੀਆਂ ਨੇ ਤਾਂ ਉਹ ਆਪੀ ਲੋਕਾਂ ਨੂੰ ਅੰਦਾਜ਼ਾ ਤਾਂ ਹੋਵੇ ਨਾ ਕਿ ਉਹ ਗੱਲਾਂ ਠੀਕ ਨੇ ਜਾਂ ਨਹੀਂ, ਜਾਂ ਆਪ ਮੁਹਾਰੇ ਹੋ ਰਹੀਆਂ ਨੇ ਜਾਂ ਉਹਨਾਂ ਨੂੰ ਵਿਰਾਮ ਲੱਗੇ। ਹਾਂ, ਇਸ ਗੱਲ ਕਰਕੇ ਇਹ ਸਾਈਡ ਜਿਹੜੀ ਕਮਜ਼ੋਰ ਸਾਈਡ ਮੈਨੂੰ ਦਿਖਾਈ ਦੇ ਰਹੀ ਹੈ ਕਿ ਪੁਲਿਸ ਦਾ ਕੋਈ ਨਾ ਕੋਈ ਸਪੋਕਸਪਰਸਨ, ਡੀਜੀਪੀ ਨਹੀਂ ਡੀਜੀਪੀ ਕੋਈ ਕਿਸੇ ਦੀ ਹੋਰ ਡਿਊਟੀ ਲਾਉਣ ਕਿ ਜਿਹਦੀ ਬਰੀਫਿੰਗ ਲਗਾਤਾਰ, ਕਿਉਂਕਿ ਇਹ ਹਾਈ ਪ੍ਰੋਫਾਈਲ ਕੇਸ ਹੈ, ਇਹਦਾ ਮਾਮਲਾ ਇਕੱਲਾ ਮਰਡਰ ਨਹੀਂ ਹੈ, ਇਹਦੇ ਬਹੁਤ ਵੱਡੇ ਸਿਆਸੀ ਤੇ ਸਮਾਜਿਕ ਅਸਰ ਵੀ ਨੇ ਇਹਦੇ ਤੇ ਪੈ ਰਹੇ ਨੇ ਸਾਰੇ ਪੰਜਾਬ ਦੇ ਉੱਤੇ। ਇਹਨੂੰ ਜਿਵੇਂ ਕੋਈ ਵੱਡਾ VIP ਲੀਡਰ ਹੁੰਦਾ ਨਾ, ਹਸਪਤਾਲ ਦਾਖਲ ਹੁੰਦਾ ਤੇ ਡਾਕਟਰ ਨਹੀਂ ਆ ਕੇ ਉਹਦਾ ਆ ਕੇ ਹਰ ਰੋਜ਼ 4 ਵਜੇ ਦੱਸ ਦਿੰਦੇ ਮੈਡੀਕਲ ਬੁਲੇਟਿਨ ਕਿ ਇਹਦਾ ਆਹ ਹਾਲ ਹੈ, ਇਹਦਾ ਹਾਲ, ਉਹਦਾ ਤਾਂ ਹੀ ਦੱਸਦੇ, ਨਹੀਂ ਤਾਂ ਇਕੱਲਾ ਬੰਦਾ ਠੀਕ ਹੈ ਜੀ, ਕਿਉਂਕਿ ਉਹਦੇ ਬਾਰੇ ਲੋਕ ਜਾਣਨਾ ਚਾਹੁੰਦੇ ਨੇ ਹਾਲਾਤ ਕੀ ਹੈ। ਤੇ ਇਸ ਮਾਮਲੇ ਨੂੰ ਵੀ ਮੇਰੇ ਖਿਆਲ ਹੈ ਇਸ ਪਾਸੇ ਵੱਲ ਸਰਕਾਰ ਨੂੰ ਥੋੜ੍ਹਾ ਗੌਰ ਕਰਨ ਦੀ ਲੋੜ ਹੈ, ਨਹੀਂ ਤਾਂ ਉਹ ਅੱਕੀ ਪਲਾਹੀ ਹੱਥ ਮਾਰਨ ਦੇ ਨਾਲ ਕੋਈ ਜਿਹੜੀ ਸਹੀ ਸੂਚਨਾ ਨਾ ਜਾਣ ਕਰਕੇ ਗਲਤਫਹਿਮੀਆਂ ਪੈਦਾ ਹੁੰਦੀਆਂ ਨੇ, ਉਹ ਕਿਸੇ ਦੇ ਵੀ ਪੱਖ 'ਚ ਨਹੀਂ ਹੈ। ਤੇ ਪਿਆਰੇ ਦਰਸ਼ਕੋ, ਅੱਜ ਦੀ ਤੁਹਾਨੂੰ ਸਾਡੀ ਚਰਚਾ ਆਸ ਕਰਦੇ ਹਾਂ ਪਸੰਦ ਆਈ ਹੋਵੇਗੀ। ਭਵਿੱਖ ਦੇ ਵਿੱਚ ਵੀ ਤੁਸੀਂ ਸਾਡੇ ਨਾਲ ਇਸ ਤਰ੍ਹਾਂ ਹੀ ਜੁੜੇ ਰਹੋਗੇ। ਤੁਹਾਡੇ ਭਰਪੂਰ ਸਹਿਯੋਗ ਦੀ ਉਮੀਦ ਕਰਦੇ ਹਾਂ ਤੇ ਅਗਲੀ ਵਾਰੀ ਫਿਰ ਮਿਲਾਂਗੇ ਜੀ। ਧੰਨਵਾਦ ਅਮੀਰ ਜੀ। ਸ਼ੁਕਰੀਆ।